ਸੰਗਤ ਜੀ ਕਈ ਦੇਸ਼ਾਂ ਨੂੰ ਤਾਰਦੇ ਹੋਏ ਗੁਰੂ ਜੀ ਅੱਗੇ ਜਾ ਰਹੇ ਸਨ। ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਵੀ ਗੁਰੂ ਜੀ ਦੇ ਨਾਲ ਸਨ। ਗੁਰੂ ਜੀ ਚੱਲਦੇ ਚੱਲਦੇ ਇੱਕ ਜਗ੍ਹਾ ਤੇ ਪਹੁੰਚੇ ਜਿੱਥੇ ਇੱਕ ਬਹੁਤ ਵੱਡਾ ਟਾਪੂ ਸੀ। ਉਸ ਟਾਪੂ ਵਿੱਚ ਬਹੁਤ ਪਹਾੜ ਸਨ। ਉਸ ਨਗਰ ਦਾ ਨਾਮ ਦੇਵ ਕੰਧਾਰ ਸੀ। ਉਸ ਵਿੱਚ ਬਹੁਤ ਵੱਡੇ ਵੱਡੇ ਰਾਖਸ਼ ਰਹਿੰਦੇ ਸਨ। ਇੱਕ ਪਹਾੜ ਦੇ ਕੋਲ ਸਾਫ਼ ਜਗ੍ਹਾ ਦੇਖ ਕੇ ਗੁਰੂ ਜੀ ਬੈਠ ਗਏ। ਜਦੋਂ ਗੁਰੂ ਜੀ ਨੂੰ ਬੈਠਿਆਂ ਹੋਇਆਂ 2 ਘੜੀਆਂ ਬੀਤ ਗਈਆਂ, ਭਾਈ ਮਰਦਾਨੇ ਜੀ ਨੇ ਗੁਰੂ ਜੀ ਨੂੰ ਕੁਛ ਬਚਨ ਕਹੇ। ਗੁਰੂ ਜੀ ਇੱਥੇ ਲਾਗੇ ਕੋਈ ਨਹੀਂ ਵਸਦਾ ਹੈ। ਇਹ ਸਥਾਨ ਬੜਾ ਭਿਆਨਕ ਦਿਸਦਾ ਹੈ। ਸਾਰੇ ਪਾਸੇ ਉਜਾੜ ਹੀ ਹੈ। ਅੱਗੇ ਗੁਰੂ ਜੀ ਨੇ ਕਿਹਾ, ਮਰਦਾਨਿਆ, ਜੋ ਤੇਰਾ ਮਨ ਹੈ ਇਹ ਸਦਾ ਹੀ ਨਗਰ ਵਿੱਚ ਰਹਿੰਦਾ ਹੈ। ਜਿੱਥੇ ਵੀ ਜਾਂਦੇ ਹਾਂ ਨਗਰ ਬਾਰੇ ਪੁੱਛਦਾ ਹੈ, ਕਿਤੇ ਵੀ ਚੁੱਪ ਕਰਕੇ ਨਹੀਂ ਬੈਠਦਾ। ਅੱਗੇ ਮਰਦਾਨੇ ਨੇ ਕਿਹਾ, ਗੁਰੂ ਜੀ, ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ। ਭੋਜਨ ਦੇ ਬਿਨਾਂ ਮੇਰਾ ਬੁਰਾ ਹਾਲ ਹੈ। 3 ਦਿਨ ਤੋਂ ਮੈਂ ਭੋਜਨ ਨਹੀਂ ਖਾਧਾ ਹੈ। ਹੁਣ ਮੈਂ ਇਸ ਕਰਕੇ ਪੁੱਛਿਆ ਹੈ। ਦਿਲ ਵਿੱਚ ਸਾਹਿਬ ਦਾ ਭੈ ਮੰਨੋ। ਮੈਨੂੰ ਕਹਿੰਦੇ ਹਨ ਤੇਰਾ ਮਨ ਨਗਰ ਦੇ ਵਿੱਚ ਵੱਸਦਾ ਹੈ। ਕਿਤੇ ਕਿਤੇ ਮੈਂ ਭੋਜਨ ਪ੍ਰਾਪਤ ਕਰਦਾ ਹਾਂ, ਫਿਰ ਵੀ ਹੱਠ ਕਰਕੇ ਤੁਹਾਡੇ ਨਾਲ ਫਿਰਦਾ ਹਾਂ। ਹੁਣ ਤੁਸੀਂ ਮੈਨੂੰ ਮਿਹਣੇ ਦਿੰਦੇ ਹੋ। ਭੁੱਖ ਨਾਲ ਮੈਂ ਬੇਵਲ ਹੋਇਆ ਹਾਂ। ਤੁਸੀਂ ਸਦਾ ਹੀ ਮੇਰੀ ਹੱਸੀ ਉਡਾਉਂਦੇ ਹੋ। ਫਿਰ ਭਾਈ ਬਾਲਾ ਜੀ ਬੋਲੇ, ਮਰਦਾਨਾ ਜੀ ਸੱਚ ਕਹਿੰਦੇ ਹਨ। ਉਸ ਦਾ ਹੀ ਜਮਾਂਦਰੂ ਸੁਭਾਅ ਹੈ। ਭੁੱਖ ਲੱਗਣ ਨਾਲ ਬੇਵਲ ਹੋ ਜਾਂਦਾ ਹੈ। ਫਿਰ ਗੁਰੂ ਜੀ ਨੇ ਕਿਹਾ, ਮਰਦਾਨਿਆ, ਇਹ ਨਗਰ ਕੌਡੇ ਰਾਖਸ਼ ਸਮਾਨ ਹੈ, ਜਿਸ ਨੇ ਤੈਨੂੰ ਚੁੱਕ ਕੇ ਗਰਮ ਕੜਾਈ ਵਿੱਚ ਸੁੱਟ ਦਿੱਤਾ ਸੀ। ਸ਼੍ਰੀ ਕਰਤਾਰ ਨੇ ਤੈਨੂੰ ਬਚਾਇਆ ਸੀ। ਹੁਣ ਫੇਰ ਜੇ ਇਸ ਪਿੰਡ ਵਿੱਚ ਜਾਵੇਂਗਾ, ਸ਼੍ਰੀ ਪ੍ਰਭੂ ਜੀ ਤੇਰੀ ਰਾਖੀ ਕਰਨਗੇ। ਭਾਈ ਮਰਦਾਨੇ ਜੀ ਨੇ ਕਿਹਾ, ਇਸ ਨਗਰ ਦਾ ਬੇੜਾ ਗਰਕ ਹੋਵੇ। ਮੈਂ ਇਸ ਨਗਰ ਦੇ ਰਾਸਤੇ ਕਦੀ ਨਹੀਂ ਜਾਵਾਂਗਾ। ਉਸ ਵੇਲੇ ਮਸਾਂ ਹੀ ਆਪਣੇ ਪ੍ਰਾਣ ਬਚਾਏ ਸਨ। ਇਹਨਾਂ ਰਾਖਸ਼ਾਂ ਦੇ ਕੋਲ ਭੇਜ ਕੇ ਮੈਨੂੰ ਮਰਵਾਉਂਦੇ ਹੋ। ਮੈਨੂੰ ਫੜ ਕੇ ਮੂੰਹ ਵਿੱਚ ਪਾ ਲੈਣਗੇ। ਫਿਰ ਕਿਸੇ ਤਰ੍ਹਾਂ ਵੀ ਬਚਾਅ ਨਹੀਂ ਹੋਣਾ। ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਤਾਂ ਆਪ ਹੀ ਮਾਰ ਦਿਓ। ਇਸ ਤਰ੍ਹਾਂ ਦੇ ਬਚਨ ਬਲਾਸ ਗੁਰੂ ਜੀ ਤੇ ਭਾਈ ਮਰਦਾਨਾ ਜੀ ਕਰ ਰਹੇ ਸਨ। ਉਸ ਸਮੇਂ ਉਹਨਾਂ ਰਾਖਸ਼ਾਂ ਦਾ ਰਾਜਾ ਨਿਕਲਿਆ ਤੇ ਨਗਰ ਦੇ ਲੋਕ ਨਾਲ ਲੈ ਕੇ ਆਇਆ। ਸ਼ਿਕਾਰ ਦੇ ਸੰਕਲਪ ਦੇ ਨਾਲ ਉਹ ਨਿਕਲਿਆ ਸੀ। ਉਸ ਦੇ ਨਾਲ ਭਿਆਨਕ ਰਾਖਸ਼ ਦਲ ਸੀ। 17 ਲੱਖ ਫੌਜ ਉਸ ਦੇ ਨਾਲ ਸੀ, ਜਿਨ੍ਹਾਂ ਦੇ ਸਰੀਰ ਬਹੁਤ ਉੱਚੇ ਸਨ। ਸਰੀਰ ਕਾਲੇ ਸਨ। ਇੰਜ ਲੱਗਦਾ ਸੀ ਜਿਵੇਂ ਕਿਤਿਓਂ ਕਾਲੀ ਕਟਾ ਚੜ੍ਹ ਕੇ ਆ ਗਈ ਹੋਵੇ। ਬੰਗਲਿਆਂ ਦੇ ਵਰਗੇ ਉਹਨਾਂ ਦੇ ਚਿੱਟੇ ਦੰਦ ਸਨ। ਨਾਸਾਂ ਤੇ ਕੰਨ ਖੂਹਾਂ ਵਰਗੇ ਸਨ। ਨੇਤਰ ਉਹਨਾਂ ਦੇ ਲਹੂ ਦੇ ਵਰਗੇ ਲਾਲ ਸਨ। ਹੱਡਾਂ ਦੀਆਂ ਮਾਲਾ ਉਹਨਾਂ ਨੇ ਗਲਾਂ ਦੇ ਵਿੱਚ ਪਾਈਆਂ ਹੋਈਆਂ ਸਨ। ਗੁਰੂ ਜੀ ਦੇ ਨੇੜੇ ਉੱਚੇ ਪਹਾੜ ਸਨ। ਉਸ ਤੋਂ ਨਿਕਲਦਿਆਂ ਨੂੰ ਦੇਖ ਕੇ ਭਾਈ ਮਰਦਾਨੇ ਦੇ ਪ੍ਰਾਣ ਖੁਸ਼ਕ ਹੋ ਗਏ। ਭਾਈ ਮਰਦਾਨੇ ਦਾ ਚਿਹਰਾ ਪੀਲਾ ਪੈ ਗਿਆ ਸੀ ਤੇ ਸਰੀਰ ਦੇ ਸਾਰੇ ਅੰਗ ਕੰਬਣ ਲੱਗ ਪਏ ਸਨ। ਮੁਖ ਤੋਂ ਕੁਛ ਵੀ ਬੋਲ ਨਹੀਂ ਸੀ ਸਕਦਾ। ਮਰਦਾਨਾ ਸੋਚ ਰਿਹਾ ਸੀ ਕਿ ਕਿਹੜੀ ਮਾੜੀ ਜਗ੍ਹਾ ਆ ਕੇ ਮਾਰਨ ਲੱਗੇ ਹਾਂ। ਹੁਣ ਸਾਡਾ ਜੀਵਨ ਬਚ ਨਹੀਂ ਸਕਦਾ। ਮਰਦਾਨਾ ਜੀ ਹੱਥ ਦੇ ਇਸ਼ਾਰੇ ਨਾਲ ਦੱਸਦਾ ਹੈ, ਗੁਰੂ ਜੀ ਹੁਣ ਕੋਈ ਉਪਾਅ ਕਰੋ। ਇਹ ਰਾਖਸ਼ ਸਾਨੂੰ ਖਾ ਜਾਣਗੇ। ਅੱਜ ਸਾਡੀ ਮੌਤ ਪੱਕੀ ਹੈ। ਜਦੋਂ ਗੁਰੂ ਜੀ ਨੇ ਭਾਈ ਮਰਦਾਨੇ ਦੀ ਇਹ ਹਾਲਤ ਦੇਖੀ ਤਾਂ ਉਸ ਦਾ ਡਰ ਦੂਰ ਕਰਨ ਵਾਸਤੇ ਗੁਰੂ ਜੀ ਨੇ ਇਹ ਬਚਨ ਕੀਤਾ, ਇਹ ਮਰਦਾਨੇ ਚਿੱਤ ਵਿੱਚ ਧੀਰਜ ਧਾਰਨ ਕਰੋ ਤੇ ਪ੍ਰਭੂ ਦੇ ਨਾਮ ਨੂੰ ਮੁਖ ਤੋਂ ਉਚਾਰਨ ਕਰੋ। ਨਿਰਭੈ ਹੋ ਕੇ ਤਮਾਸ਼ਾ ਦੇਖੋ। ਗੁਰੂ ਜੀ
ਇਹ ਗੱਲ ਕਹਿ ਕੇ ਚੁੱਪ ਹੋ ਗਏ। ਉਹਨਾਂ ਦੇ ਵਿੱਚ ਜਿਹੜਾ ਰਾਖਸ਼ਾਂ ਦਾ ਰਾਜਾ ਸੀ, ਉਹ ਤਿੰਨਾਂ ਨੂੰ ਦੇਖ ਕੇ ਬੜਾ ਖੁਸ਼ ਹੋਇਆ। ਉਹ ਜੀਵਾਂ ਨੂੰ ਮਾਰਨ ਵਿੱਚ ਬੜਾ ਮਹਾਨ ਸੀ। ਉਹ ਆਪਣੀ ਸੈਨਾ ਨੂੰ ਕਹਿਣ ਲੱਗਾ, ਬੜੇ ਚਿਰ ਬਾਅਦ ਐਡਾ ਵਧੀਆ ਸ਼ਿਕਾਰ ਮਿਲਿਆ ਹੈ। ਮਨੁੱਖ ਦਾ ਮਾਸ ਸਾਡਾ ਭੋਜਨ ਬਣਿਆ ਹੈ। ਪਹਾੜ ਦੇ ਥੱਲੇ 3 ਮਨੁੱਖ ਬੈਠੇ ਹਨ, ਉਹਨਾਂ ਨੂੰ ਜਾ ਕੇ ਫੜ ਲਓ। ਉਹ ਕਿਤੇ ਭੱਜ ਨਾ ਜਾਣ। ਆਪਣੇ ਰਾਜੇ ਦਾ ਇਹ ਹੁਕਮ ਸੁਣ ਕੇ ਉਹ 3 ਰਾਖਸ਼ ਉਧਰ ਨੂੰ ਚੱਲ ਪਏ ਜਿੱਧਰ ਗੁਰੂ ਜੀ ਬੈਠੇ ਸਨ। ਜਦੋਂ ਉਹ ਗੁਰੂ ਜੀ ਦੇ ਨੇੜੇ ਆ ਗਏ, ਉਹ ਮੂਰਖ ਮੱਤ ਵਾਲੇ ਅੰਨੇ ਹੋ ਗਏ। ਉਹਨਾਂ ਨੂੰ ਤੁਰਨ ਦੇ ਵਾਸਤੇ ਰਾਹ ਨਹੀਂ ਸੀ ਲੱਭਦਾ। ਇੱਧਰ ਉੱਧਰ ਫਿਰਦੇ ਸਨ, ਫਿਰ ਵੀ ਦਿਖਾਈ ਨਹੀਂ ਸੀ ਦਿੰਦਾ। ਉਹਨਾਂ ਨੂੰ ਦੇਖ ਕੇ ਗੁਰੂ ਜੀ ਬੜੇ ਖੁਸ਼ ਹੋਏ। ਜਦੋਂ ਉਹ ਪਿੱਛੇ ਹਟ ਕੇ ਵਾਪਸ ਮੁੜੇ ਤਾਂ ਉਹਨਾਂ ਨੂੰ ਥੋੜਾ ਦਿਖਾਈ ਦੇਣ ਲੱਗਾ। ਉਹਨਾਂ ਰਾਜੇ ਨੂੰ ਜਾ ਕੇ ਸਾਰੀ ਗੱਲ ਦੱਸੀ ਕਿ ਜਦੋਂ ਅਸੀਂ ਉਹਨਾਂ ਦੇ ਨੇੜੇ ਗਏ ਤਾਂ ਅਸੀਂ ਦੇਖਦੇ ਰਹੇ, ਸਾਨੂੰ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ। ਜਦੋਂ ਅਸੀਂ ਥੋੜਾ ਪਿੱਛੇ ਮੁੜੇ ਤਾਂ ਦਿਖਾਈ ਦੇਣ ਲੱਗ ਪਿਆ। ਅਸੀਂ ਬੜੇ ਹੈਰਾਨ ਹੋਏ। ਅੱਗਿਓਂ ਰਾਖਸ਼ਾਂ ਦੇ ਰਾਜੇ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਉੱਥੇ ਜਾ ਕੇ ਤੁਹਾਡੀਆਂ ਅੱਖਾਂ ਨੂੰ ਕੀ ਹੋ ਗਿਆ। ਉਸ ਰਾਜੇ ਨੇ ਫਿਰ 3 ਰਾਖਸ਼ ਗੁਰੂ ਜੀ ਨੂੰ ਲੈਣ ਵਾਸਤੇ ਭੇਜੇ। ਉਹ ਵੀ ਨੱਠੇ ਨੱਠੇ ਗੁਰੂ ਜੀ ਵੱਲ ਗਏ ਤੇ ਪਹਿਲਿਆਂ ਵਾਂਗੂ ਉਹ ਵੀ ਅੰਨੇ ਹੋ ਗਏ। ਉਹਨਾਂ ਨੇ ਫਿਰ ਸਾਰੀ ਗੱਲ ਆ ਕੇ ਰਾਜੇ ਨੂੰ ਦੱਸੀ ਕਿ ਜਦੋਂ ਅਸੀਂ ਉਹਨਾਂ ਦੇ ਪਾਸ ਗਏ ਤਾਂ ਸਾਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ। ਜਦੋਂ ਅਸੀਂ ਉਹਨਾਂ ਤੋਂ ਦੂਰ ਆ ਗਏ ਤਾਂ ਸਾਨੂੰ ਦਿਖਾਈ ਦੇਣ ਲੱਗ ਪਿਆ। ਇਹ ਕੌਤਕ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਸੀ। ਇਹ ਸੁਣ ਕੇ ਰਾਜਾ ਬੜਾ ਹੈਰਾਨ ਹੋਇਆ। ਉਸਨੇ ਫਿਰ 3 ਰਾਖਸ਼ ਹੋਰ ਭੇਜੇ। ਜਿਸ ਤਰ੍ਹਾਂ ਪਹਿਲਾਂ ਅੰਨੇ ਹੋ ਜਾਂਦੇ ਸਨ, ਉਹ ਵੀ ਅੰਨੇ ਹੋ ਗਏ। ਇਸ ਤਰ੍ਹਾਂ 7 ਵਾਰ ਰਾਜਾ ਰਾਖਸ਼ਾਂ ਨੂੰ ਭੇਜਦਾ ਰਿਹਾ। ਉਹ ਸਾਰੇ ਅੰਨੇ ਹੋ ਕੇ ਵਾਪਸ ਜਾਂਦੇ ਰਹੇ। ਰਾਜੇ ਨੇ ਇਸ ਗੱਲ ਨੂੰ ਬੜਾ ਅਚਰਜ ਮੰਨਿਆ। ਉਸਨੇ ਫਿਰ ਆਪਣੇ ਨਿੱਜੀ ਮੰਤਰੀ ਨੂੰ ਕਿਹਾ, ਇਹ ਕੀ ਅਚਰਜ ਹੈ, ਇਸ ਨੂੰ ਜਾਣਿਆ ਨਹੀਂ ਜਾ ਸਕਦਾ। 7 ਵਾਰ ਮੇਰੇ ਆਦਮੀ ਗਏ ਹਨ, ਫਿਰ ਵੀ ਉਹਨਾਂ ਨੂੰ ਕੋਈ ਲਿਆ ਨਹੀਂ ਸਕਿਆ। ਮੰਤਰੀ ਨੇ ਕਿਹਾ, ਹੇ ਰਾਜਨ, ਉੱਥੇ ਕੋਈ ਕਰਾਮਾਤੀ ਇਨਸਾਨ ਬੈਠਾ ਹੈ। ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਆਪ ਜਾ ਕੇ ਉਹਨਾਂ ਦੀ ਪਰਖ ਕਰਦਾ ਹਾਂ। ਰਾਜੇ ਦੀ ਆਗਿਆ ਪਾ ਕੇ ਉਹ ਮੰਤਰੀ ਗੁਰੂ ਜੀ ਦੇ ਕੋਲ ਆਇਆ। ਮੰਤਰੀ ਨੇ ਆਪਣੀ ਆਤਮਾ ਸ਼ੁੱਧ ਕਰਕੇ ਗੁਰੂ ਜੀ ਨੂੰ ਕਿਹਾ, ਇਹ ਸੰਤ ਜੀ, ਮੈਂ ਤੁਹਾਡੀ ਪੂਰਨ ਸੇਵਾ ਕਰਾਂਗਾ। ਮੇਰੀ ਦੇਖਣ ਦੀ ਸ਼ਰਧਾ ਪੂਰੀ ਕਰੋ। ਜਦੋਂ ਉਸ ਮੰਤਰੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਤਾਂ ਉਸ ਨੂੰ ਦਿਖਾਈ ਦੇਣ ਲੱਗ ਪਿਆ। ਉਹ ਚੱਲ ਕੇ ਫਿਰ ਗੁਰੂ ਜੀ ਦੇ ਕੋਲ ਆ ਗਿਆ ਤੇ ਆ ਕੇ ਗੁਰੂ ਜੀ ਦੇ ਕੋਲ ਬੈਠ ਗਿਆ ਤੇ ਗੁਰੂ ਜੀ ਨੂੰ ਬੇਨਤੀ ਕੀਤੀ, ਤੁਹਾਡਾ ਕੀ ਨਾਮ ਹੈ ਤੇ ਤੁਸੀਂ ਕਿੱਥੋਂ ਆਏ ਹੋ? ਇੰਜ ਲੱਗਦਾ ਹੈ ਜਿਵੇਂ ਪ੍ਰਭੂ ਹੀ ਸਰੀਰ ਧਾਰਨ ਕਰਕੇ ਆ ਗਏ ਹਨ। ਉਸ ਮੰਤਰੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਬੋਲੇ, ਮੇਰਾ ਨਾਮ ਨਾਨਕ ਨਿਰੰਕਾਰੀ ਹੈ, ਮੌਜ ਵਾਲੇ ਤਿਆਗੀ ਜਾਣੇ ਜਾਣੇ ਹਾਂ। ਉਸ ਮੰਤਰੀ ਨੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਬੰਦਨਾ ਕਰਕੇ ਤੇ ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਉਸ ਰਾਜੇ ਦੇ ਕੋਲ ਗਿਆ ਤੇ ਮੰਤਰੀ ਨੇ ਜਾ ਕੇ ਕਿਹਾ, ਤੁਹਾਡੇ ਨਗਰ ਵਿੱਚ ਪ੍ਰਭੂ ਆਪ ਚੱਲ ਕੇ ਆਇਆ ਹੈ। ਤੁਸੀਂ ਉਸ ਦੀ ਸ਼ਰਨ ਫੜੋ ਤਾਂ ਕਿ ਤੁਹਾਡਾ ਕਲਿਆਣ ਹੋ ਜਾਵੇ। ਹਿਰਦੇ ਵਿੱਚੋਂ ਸਾਰੇ ਭਰਮ ਦੂਰ ਕਰਕੇ ਦਿਲ ਵਿੱਚ ਪ੍ਰੇਮ ਭਰ ਕੇ ਚਲੋ। ਮੰਤਰੀ ਦੀ ਇਹ ਗੱਲ ਸੁਣ ਕੇ ਰਾਜੇ ਨੇ ਕਿਹਾ,
ਮਨੁੱਖ ਮੇਰਾ ਭੋਜਨ ਹੈ, ਮੈਂ ਉਸ ਨੂੰ ਫੜਾਂਗਾ, ਉਸ ਦੀ ਸ਼ਰਨ ਦੇ ਵਿੱਚ ਨਹੀਂ ਜਾਵਾਂਗਾ, ਤੇਰਾ ਬਚਨ ਨਹੀਂ ਮੰਨਾਂਗਾ। ਫਿਰ ਉਹ ਆਪ ਚੱਲ ਕੇ ਗਿਆ। ਸਾਰੇ ਰਾਖਸ਼ ਉਸ ਦੇ ਨਾਲ ਸਨ, ਜਿਵੇਂ ਕਾਲੇ ਰੰਗ ਦੇ ਪਹਾੜ ਚੱਲ ਕੇ ਜਾ ਰਹੇ ਹਨ। ਜਦੋਂ ਚੱਲਦੇ ਨੇੜੇ ਗਏ ਤਾਂ ਸਾਰੇ ਅੰਨੇ ਹੋ ਗਏ। ਗੁਰੂ ਜੀ ਸਿਰਫ ਮੰਤਰੀ ਨੂੰ ਦਿਖਾਈ ਦੇ ਰਹੇ ਸਨ, ਹੋਰ ਸਾਰੇ ਉੱਥੇ ਭੁੱਲੇ ਫਿਰਦੇ ਸਨ। ਉਸ ਮੰਤਰੀ ਨੇ ਫਿਰ ਬਚਨ ਕੀਤੇ, ਹੇ ਰਾਜਨ, ਤੁਹਾਡੀ ਇਹੋ ਸਮਝ ਹੈ, ਸਿੱਧੇ ਚੱਲਦੇ ਨਹੀਂ ਹੋ, ਭੁੱਲੇ ਜਾ ਰਹੇ ਹੋ, ਹੱਲੇ ਵੀ ਮੇਰੇ ਵਾਂਗ ਹੋ ਜਾਓ। ਫਿਰ ਭੈ ਕਰਕੇ ਉਹ ਰਾਖਸ਼ ਡਰ ਗਿਆ। ਬੜੀ ਸ਼ਰਮ ਕਰਕੇ ਉਸਨੇ ਬਚਨ ਬੋਲੇ, ਇਹ ਮੰਤਰੀ, ਜਿਵੇਂ ਤੂੰ ਕਿਹਾ ਹੈ ਉਸੇ ਤਰ੍ਹਾਂ ਹੀ ਪੂਰਨ ਮੈਨੂੰ ਦਰਸ਼ਨ ਦੇਣ, ਤਾਂ ਕਿ ਮੈਂ ਉਹਨਾਂ ਦੀ ਸ਼ਰਨ ਵਿੱਚ ਜਾ ਸਕਾਂ, ਸ਼ਰਧਾ ਧਾਰ ਕੇ ਉਹਨਾਂ ਦੀ ਸੇਵਾ ਕਰਾਂ ਅਤੇ ਸਦਾ ਉਹਨਾਂ ਦਾ ਹੀ ਨਾਮ ਜਪਾਂਗਾ। ਮੰਤਰੀ ਨੇ ਇਹ ਵਿਚਾਰਿਆ ਕਿ ਰਾਜਾ ਹੁਣ ਦੀਨ ਮਸਕੀਨ ਹੋ ਗਿਆ ਹੈ। ਜਦੋਂ ਉਸਨੇ ਦੇਖਿਆ ਕਿ ਉਸ ਦੀ ਆਤਮਾ ਸ਼ੁੱਧ ਹੋ ਗਈ ਹੈ, ਮੰਤਰੀ ਨੇ ਫਿਰ ਗੁਰੂ ਜੀ ਦੇ ਕੋਲ ਜਾ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਗੁਰੂ ਜੀ, ਹੁਣ ਸਾਨੂੰ ਤੁਹਾਡੇ ਉੱਤੇ ਪੂਰਾ ਭਰੋਸਾ ਹੋ ਗਿਆ ਹੈ। ਹੁਣ ਤੁਸੀਂ ਮਿਹਰ ਦੀ ਦ੍ਰਿਸ਼ਟੀ ਕਰੋ ਅਤੇ ਪ੍ਰਗਟ ਰੂਪ ਵਿੱਚ ਰਾਜੇ ਨੂੰ ਦਰਸ਼ਨ ਦਿਓ। ਮੰਤਰੀ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ, ਹੇ ਰਾਜਨ, ਆਪਣੀਆਂ ਚੰਗੀਆਂ ਅੱਖਾਂ ਖੋਲ ਕੇ ਦੇਖੋ, ਅਸੀਂ ਤੁਹਾਡੇ ਨਜ਼ਦੀਕ ਹੀ ਹਾਂ। ਜਦੋਂ ਰਾਜੇ ਨੇ ਗੁਰੂ ਜੀ ਦੇ ਬੋਲ ਆਪਣੇ ਕੰਨਾਂ ਨਾਲ ਸੁਣੇ ਤੇ ਉਸ ਦੇ ਨੈਣ ਖੁੱਲ੍ਹ ਗਏ, ਹਨੇਰੇ ਦਾ ਨਾਸ ਹੋ ਗਿਆ। ਜਦੋਂ ਉਸਨੇ ਗੁਰੂ ਜੀ ਨੂੰ ਦੇਖਿਆ ਤੇ ਬੜੇ ਪ੍ਰੇਮ ਨਾਲ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ। ਵਿਸ਼ਾਲ ਕਲਾ ਦੇਖ ਕੇ ਗੁਰੂ ਜੀ ਦੇ ਕੋਲ ਬੈਠ ਕੇ ਬੇਨਤੀ ਕੀਤੀ, ਮੈਂ ਤੁਹਾਡੇ ਨਾਲ ਜੋ ਮਾੜਾ ਕੀਤਾ ਹੈ ਉਸ ਕਰਕੇ ਤੁਸੀਂ ਮੈਨੂੰ ਬਖਸ਼ ਦਿਓ ਤੇ ਕਿਰਪਾ ਕਰਕੇ ਮੇਰੇ ਨਗਰ ਦੇ ਵਿੱਚ ਚਲੋ ਤੇ ਉੱਥੇ ਬਸੇਰਾ ਕਰੋ। ਸਾਰੇ ਰਾਖਸ਼ ਦਲ ਨੂੰ ਆਪਣਾ ਸੇਵਕ ਸਮਝੋ। ਗੁਰੂ ਜੀ ਫਿਰ ਉਸ ਨਗਰ ਦੇ ਵਿੱਚ ਚਲੇ ਗਏ। ਰਾਜੇ ਨੇ ਗੁਰੂ ਜੀ ਨੂੰ ਆਪਣੇ ਮਹਿਲ ਦੇ ਵਿੱਚ ਬਿਠਾਇਆ ਤੇ ਮਨ ਭਾਉਂਦੀ ਸੇਵਾ ਕਰਨ ਲੱਗੇ। ਗੁਰੂ ਜੀ ਨੂੰ ਬਾਰ-ਬਾਰ ਸਿਰ ਨੀਵਾਂ ਕਰਕੇ ਵੰਦਨਾ ਕਰਦੇ ਸਨ। ਸਤਿਨਾਮ ਸ੍ਰੀ ਵਾਹਿਗੁਰੂ ਜੀ।